खबरों के बुलेटिन के स्पॉन्सर ने रियल्टर गुरजतिंदर सिंह रंधावा। हर तरह की प्रॉपर्टी खरीदण ते वेचण लई तुसीं कॉल कर सकते हो। सत श्री अकाल जी, तुसीं देख रहे हो पंजाब मिल यूएसए टीवी ते मैं सुरभि। खबरां दे इस बुलेटिन च बहुत बहुत स्वागत। पेश आन देश ते विदेश नाल जुड़ियां होईयां कुछ खास ते चोणवीआं खबरां। यूएस ਵੱਲੋਂ विदेशी विद्यार्थियों ਲਈ चंगी खबर। वीज़ा ਨੂੰ ਲੈ ਕੇ ट्रंप प्रशासन ने दिता अपडेट। ਹੁਣ सुधर जाओ, ट्रंप ਦੀ ਹਾਰਵਰਡ यूनिवर्सिटी ਨੂੰ चेतावनी। ट्रंप ਨੂੰ टैरिफ ਤੇ मिली ਵੱਡੀ ਰਾਹਤ। रोक ਦੇ फैसले ਨੂੰ फैडरल कोर्ट ने अस्थाई तौर ਤੇ ਕੀਤਾ बहाल। ਉਹ ਹਮੇਸ਼ਾ ਸਾਡੇ ਨਾਲ ਰਹਿਣਗੇ। ਡੋਸ ਚੀਫ ਦੇ ਅਹੁਦੇ ਤੋਂ ਮਸਕ ਦੇ ਅਸਤੀਫਾ ਦੇਣ ਤੇ ਪਹਿਲੀ ਵਾਰ ਬੋਲੇ ਡੋਨਲਡ ਟਰੰਪ। ਓਪਨ ਵਰਕ ਪਰਮਿਟ ਦੀਆਂ ਅਰਜ਼ੀਆਂ ਵਿੱਚ 800% ਵਾਧਾ। ਕੈਨੇਡਾ 'ਚ ਪੰਜਾਬੀ ਟਰੱਕ ਡਰਾਈਵਰਾਂ ਤੇ ਲੱਗੇ ਕਪਲੇ ਦੇ ਦੋਸ਼। ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਇਸ ਦੇ ਨਾਲ ਹੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ तमाम ਖਬਰਾਂ। ट्रंप सरकार ਦੇ ਹਾਲੀਆ ਫੈਸਲੇ ਤੋਂ ਬਾਅਦ ਅਮਰੀਕਾ 'ਚ ਪੜ ਰਹੇ ਵਿਦੇਸ਼ੀ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਦਰਅਸਲ ਅਮਰੀਕਾ ਨੇ ਸਾਰੇ ਵਿਦੇਸ਼ੀ ਵਿਦਿਆਰਥੀਆਂ ਦੀ ਵੀਜ਼ਾ ਪ੍ਰਕਿਰਿਆ ਤੇ ਅਸਥਾਈ ਰੋਕ ਲਗਾ ਦਿੱਤੀ ਸੀ। ਹੁਣ ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੀ ਪ੍ਰਵਕਤਾ ਟੈਮੀ ਬਰੂਸ ਨੇ ਭਵਿੱਖ ਦੇ ਵਿਦਿਆਰਥੀਆਂ ਨੂੰ ਵੀਜ਼ਾ ਲਈ ਅਪਾਇੰਟਮੈਂਟ ਲੈਣ ਦੀ ਅਪੀਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਇਹ ਫੈਸਲਾ ਅਸਥਾਈ ਹੈ, पर यह भी साफ कर दिता कि वीज़ा प्रक्रिया विच होर समा लग सकता है। इसनूं पूरा होण विच कई हफ्ते जां महीने भी लग सकते हैं। टैमी ब्रूस ने विद्यार्थियों लई वड्डी राहत दी है। अमरीकी सरकार के इस फैसले ने दुनिया भर के कई विदेशी विद्यार्थियों नूं मुश्किल विच पा दिता सी। भविख के विद्यार्थी अगस्त विच अपना नवा सैशन शुरू करन वाले हैं। जे वीज़ा प्रक्रिया विच ज़्यादा समा लग्या ਤਾਂ ਇਸ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਤੇ ਅਸਰ ਪੈ ਸਕਦਾ ਹੈ। ਟੈਮੀ ਬਰੂਸ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਨਿਲੰਬਨ ਦੀ ਇਹ ਪ੍ਰਕਿਰਿਆ ਜਲਦੀ ਖਤਮ ਹੋ ਜਾਏਗੀ। ਇਸ ਲਈ ਭਵਿੱਖ ਦੇ ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਆਨਲਾਈਨ ਦੇਖਣਾ ਸ਼ੁਰੂ ਕਰ ਦੇਣ ਕਿ ਕਦੋਂ ਅਪਾਇੰਟਮੈਂਟ ਉਪਲਬਧ ਹੋਣਗੇ। ਇਹ ਫੈਸਲਾ ਉਹ ਭਾਰਤੀ ਵਿਦਿਆਰਥੀ ਦੇ ਲਈ ਰਾਹਤ ਵਾਲਾ ਹੋਏਗਾ ਜੋ ਅਮਰੀਕਾ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਹਨ। ਟਰੰਪ ਸਰਕਾਰ ਦੇ ਇਸ ਫੈਸਲੇ ਦੇ ਪਿੱਛੇ ਕਈ ਕਾਰਨ ਹਨ, ਜਿਨ੍ਹਾਂ ਵਿੱਚੋਂ ਇੱਕ ਵਿਦਿਆਰਥੀਆਂ ਦੀ ਸੋਸ਼ਲ ਮੀਡੀਆ ਸਰਗਰਮੀ ਤੇ ਨਜ਼ਰ ਰੱਖਣਾ ਵੀ ਹੈ ਤਾਂ ਜੋ ਉਹਨਾਂ ਦੀ ਪ੍ਰੋਫਾਈਲ ਬਾਰੇ ਜਾਣਕਾਰੀ ਮਿਲ ਸਕੇ। ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਮੰਗਲਵਾਰ ਨੂੰ ਦੂਤਾਵਾਸਾਂ ਅਤੇ ਵਪਾਰ ਦੂਤਾਵਾਸਾਂ ਨੂੰ ਹੁਕਮ ਦਿੱਤਾ ਸੀ ਕਿ ਉਹ ਸਾਰੇ ਅਰਜ਼ੀਕਰਤਿਆਂ ਦੀ ਸੋਸ਼ਲ ਮੀਡੀਆ ਪੋਸਟਾਂ ਦੀ ਜਾਂਚ ਹੋਣ ਤੱਕ ਵਿਦਿਆਰਥੀ ਵੀਜ਼ਾ ਲਈ ਅਪਾਇੰਟਮੈਂਟ ਤੇ ਰੋਕ ਲਗਾ ਦੇਣ। ਇਸ ਤੋਂ ਬਾਅਦ ਕਈ ਚੀਨੀ ਵਿਦਿਆਰਥੀਆਂ ਦੇ ਵੀਜ਼ੇ ਵੀ ਰੱਦ ਕਰ ਦਿੱਤੇ ਗਏ ਹਨ। सो अमरीकी विदेश मंत्री रूबियो ने बहुत सारे चीन तो आए विद्यार्थियों के वीजे रद्द कर दिते हैं। इस नाल जिन्हां ने गाजा विच इजराइल के हमले की निंदा करते हुए प्रदर्शन की अगवाई की, उन्हां दे भी वीजे रद्द हुए हैं। ये सब कदम अमरीकी विदेश नीति के हितां के खिलाफ चुके गए हैं, कम्मां के विरोध विच लए गए सन, जिस कारण यह फैसला किया गया। ट्रंप का एक होर बयान सामने आया है ਅਤੇ ਇਹ ਬਿਆਨ ਅਜਿਹੇ ਸਮੇਂ ਆਇਆ ਜਦੋਂ ਉਹ ਪਹਿਲਾਂ ਹੀ ਹਾਰਵਰਡ ਦੇ ਫੰਡਿੰਗ ਤੇ ਸਵਾਲ ਉਠਾ ਚੁੱਕੇ ਹਨ। ਉਹਨਾਂ ਨੇ ਹਾਲ ਹੀ ਵਿੱਚ ਸੰਘੀ ਫੰਡਿੰਗ ਰੋਕਣ ਦਾ ਐਲਾਨ ਕੀਤਾ ਸੀ, ਜਿਸ ਨੂੰ ਅਦਾਲਤ ਨੇ ਫਿਲਹਾਲ ਰੋਕ ਦਿੱਤਾ ਹੈ। ਇਸ ਤੋਂ ਇਲਾਵਾ ਟਰੰਪ ਪ੍ਰਸ਼ਾਸਨ ਨੇ ਹਰ ਤਰ੍ਹਾਂ ਦੇ ਵਿਦਿਆਰਥੀ ਵੀਜ਼ਾ ਤੇ ਵੀ ਪਾਬੰਦੀ ਲਗਾ ਦਿੱਤੀ ਹੈ, ਜਿਸ ਕਾਰਨ ਅਮਰੀਕਾ ਵਿੱਚ ਪੜ ਰਹੇ ਹਜ਼ਾਰਾਂ ਵਿਦੇਸ਼ੀ ਵਿਦਿਆਰਥੀਆਂ ਦਾ ਭਵਿੱਖ ਖਤਰੇ ਵਿੱਚ ਸੀ। ਹਾਰਵਰਡ ਯੂਨੀਵਰਸਿਟੀ ਲਗਾਤਾਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਉਹਨਾਂ ਦੇ ਪ੍ਰਸ਼ਾਸਨ ਦੇ ਨਿਸ਼ਾਨੇ ਤੇ ਹੈ। ਤਾਜ਼ਾ ਜਾਣਕਾਰੀ ਦੇ ਅਨੁਸਾਰ ਰਾਸ਼ਟਰਪਤੀ ਟਰੰਪ ਨੇ ਇੱਕ ਸਖਤ ਸੰਦੇਸ਼ ਦਿੱਤਾ ਹੈ ਕਿ ਹਾਰਵਰਡ ਨੂੰ ਉਹਨਾਂ ਦੇ ਪ੍ਰਸ਼ਾਸਨ ਦੇ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਉਹਨਾਂ ਨੇ ਕਿਹਾ ਕਿ ਹਾਰਵਰਡ ਨੂੰ ਇੱਥੇ ਪੜ ਰਹੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ 15% ਤੱਕ ਸੀਮਿਤ ਕਰਨੀ ਪਵੇਗੀ। ਇਸ ਨਾਲ ਅਮਰੀਕੀ ਵਿਦਿਆਰਥੀਆਂ ਲਈ ਦਾਖਲਾ ਲੈਣਾ ਆਸਾਨ ਹੋ ਜਾਵੇਗਾ। ਉਹਨਾਂ ਨੇ ਇਹ ਵੀ ਕਿਹਾ ਕਿ ਯੂਨੀਵਰਸਿਟੀ ਨੂੰ ਵਿਦੇਸ਼ੀ ਵਿਦਿਆਰਥੀਆਂ ਦੀ ਪੂਰੀ ਸੂਚੀ ਸਰਕਾਰ ਨੂੰ ਵੀ ਪੇਸ਼ ਕਰਨੀ ਚਾਹੀਦੀ ਹੈ। ਜਾਣਕਾਰੀ ਦੇ ਅਨੁਸਾਰ ਹਾਰਵਰਡ ਯੂਨੀਵਰਸਿਟੀ ਦੀ ਅਧਿਕਾਰਤ ਵੈਬਸਾਈਟ ਦੇ ਅਨੁਸਾਰ ਹਰ ਸਾਲ ਲਗਭਗ 500 ਤੋਂ 800 ਭਾਰਤੀ ਵਿਦਿਆਰਥੀ ਇਸ ਵਕਾਰੀ ਯੂਨੀਵਰਸਿਟੀ ਵਿੱਚ ਦਾਖਲਾ ਲੈਂਦੇ ਹਨ। ਵਰਤਮਾਨ ਵਿੱਚ 140 ਤੋਂ ਵੱਧ ਦੇਸ਼ਾਂ ਦੇ 10,158 ਅੰਤਰਰਾਸ਼ਟਰੀ ਵਿਦਿਆਰਥੀ ਹਾਰਵਰਡ ਵਿੱਚ ਪੜ੍ਹ ਰਹੇ ਹਨ। दरअसल ट्रंप ने कहा कि हार्वर्ड ਨੂੰ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਤੇ 15% ਦੀ ਸੀਮਾ ਲਗਾਉਣੀ ਚਾਹੀਦੀ ਹੈ।
ਨਾਲ ਹੀ ਹਾਰਵਰਡ ਪ੍ਰਸ਼ਾਸਨ ਨੂੰ ਵਿਦੇਸ਼ੀ ਵਿਦਿਆਰਥੀਆਂ ਦੀ ਮੌਜੂਦਾ ਸੂਚੀ ਸਰਕਾਰ ਨੂੰ ਸੌਂਪਣੀ ਚਾਹੀਦੀ ਹੈ। ਹਾਰਵਰਡ ਪ੍ਰਸ਼ਾਸਨ ਨੂੰ ਹੁਣ ਸੁਧਾਰ ਕਰਨਾ ਚਾਹੀਦਾ ਹੈ। ਉਹ ਸਾਡੇ ਦੇਸ਼ ਨਾਲ ਬਹੁਤ ਹੀ ਨਿਰਾਦਰ ਵਾਲਾ ਵਿਵਹਾਰ ਕਰ ਰਿਹਾ ਹੈ ਅਤੇ ਹਰ ਰੋਜ਼ ਆਪਣੇ ਆਪ ਨੂੰ ਮੁਸੀਬਤ ਵਿੱਚ ਪਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਸਾਡੇ ਕੋਲ ਬਹੁਤ ਸਾਰੇ ਸਥਾਨਕ ਵਿਦਿਆਰਥੀ ਹਨ ਜੋ ਹਾਰਵਰਡ ਅਤੇ ਹੋਰ ਸੰਸਥਾਵਾਂ ਵਿੱਚ ਜਾਣਾ ਚਾਹੁੰਦੇ ਹਨ, ਪਰ ਉਹ ਦਾਖਲਾ ਨਹੀਂ ਲੈ ਸਕਦੇ ਕਿਉਂਕਿ ਸਾਡੇ ਕੋਲ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਉਹਨਾਂ ਨੇ ਕਿਹਾ ਉਹਨਾਂ ਨੂੰ ਲੱਗਦਾ ਹੈ ਕਿ ਵਿਦੇਸ਼ੀ ਵਿਦਿਆਰਥੀਆਂ ਦੀ ਸੀਮਾ 31% ਨਹੀਂ ਸਗੋਂ ਲਗਭਗ 15% ਹੋਣੀ ਚਾਹੀਦੀ ਹੈ ਤੇ ਉਹ ਚਾਹੁੰਦੇ ਹਨ ਕਿ ਹਾਰਵਰਡ ਦੁਬਾਰਾ ਮਹਾਨ ਬਣੇ। ਇਸ ਤੋਂ ਇਲਾਵਾ ਟਰੰਪ ਨੇ ਕਿਹਾ ਕਿ ਹਾਰਵਰਡ ਨੂੰ ਦਿੱਤੇ ਪੈਸੇ ਨੂੰ ਟ੍ਰੇਡ ਸਕੂਲਾਂ ਵਿੱਚ ਨਿਵੇਸ਼ ਕੀਤਾ ਜਾਣਾ ਚਾਹੀਦਾ ਹੈ ਜੋ ਲੋਕਾਂ ਨੂੰ ਪਲੰਬਿੰਗ ਅਤੇ ਇਲੈਕਟ੍ਰੀਕਲ ਕੰਮ ਵਰਗੇ ਹੁਨਰ ਸਿਖਾਉਂਦੇ ਹਨ। ਜਾਣਕਾਰੀ ਦੇ ਅਨੁਸਾਰ ਹਾਰਵਰਡ ਦੇ ਕੋਲ 4 ਅਰਬ ਭਾਰਤੀ ਰੁਪਏ ਤੋਂ ਵੱਧ ਫੰਡ ਹਨ। ਅਮਰੀਕਾ ਦੀ ਇੱਕ ਸੰਘੀ ਅਪੀਲ ਅਦਾਲਤ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜ਼ਿਆਦਾਤਰ ਟੈਰਿਫਾਂ ਨੂੰ ਅਸਥਾਈ ਤੌਰ ਤੇ ਬਹਾਲ ਕਰ ਦਿੱਤਾ ਹੈ। ਇੱਕ ਦਿਨ ਪਹਿਲਾਂ ਯੂਐਸ ਇੰਟਰਨੈਸ਼ਨਲ ਟ੍ਰੇਡ ਕੋਰਟ ਨੇ ਇਹ ਕਹਿੰਦੇ ਹੋਏ ਟਰੰਪ ਦੇ ਟੈਰਿਫਾਂ ਤੇ ਰੋਕ ਲਗਾ ਦਿੱਤੀ ਸੀ ਕਿ ਅਮਰੀਕੀ ਰਾਸ਼ਟਰਪਤੀ ਨੇ ਆਪਣੇ ਅਧਿਕਾਰਾਂ ਦੀ ਵੱਧ ਵਰਤੋਂ ਕਰਕੇ ਇਹ ਫੈਸਲੇ ਲਏ ਹਨ, ਯਾਨੀ ਕਿ ਟੈਰਿਫ ਦੇ ਨਾਲ ਜੁੜੇ ਹੋਏ ਫੈਸਲੇ ਲਏ ਹਨ। ਨਿਊਜ਼ ਏਜੰਸੀ ਦੇ ਅਨੁਸਾਰ ਫੈਡਰਲ ਸਰਕਟ ਲਈ ਅਪੀਲ ਅਦਾਲਤ ਨੇ ਟਰੰਪ ਪ੍ਰਸ਼ਾਸਨ ਦੁਆਰਾ ਦਾਇਰ ਐਮਰਜੈਂਸੀ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ, ਜਿਸ ਵਿੱਚ ਦਲੀਲ ਦਿੱਤੀ ਗਈ ਸੀ ਕਿ ਟੈਰਿਫਾਂ ਨੂੰ ਹਟਾਉਣ ਨਾਲ ਦੇਸ਼ ਦੀ ਰਾਸ਼ਟਰੀ ਸੁਰੱਖਿਆ ਨੂੰ ਨੁਕਸਾਨ ਹੋਵੇਗਾ। ਫੈਡਰਲ ਅਪੀਲ ਅਦਾਲਤ ਨੇ ਵਪਾਰ ਅਦਾਲਤ ਦੇ ਫੈਸਲੇ ਨੂੰ ਅਸਥਾਈ ਤੌਰ ਤੇ ਰੋਕਣ ਲਈ ਟਰੰਪ ਪ੍ਰਸ਼ਾਸਨ ਦੀ ਬੇਨਤੀ ਨੂੰ ਸਵੀਕਾਰ ਕਰਦੇ ਹੋਏ ਇੱਕ ਸੰਖੇਪ ਆਦੇਸ਼ ਜਾਰੀ ਕੀਤਾ ਹੈ। ਇਸ ਦਾ ਮਤਲਬ ਹੈ ਕਿ ਯੂਐਸ ਇੰਟਰਨੈਸ਼ਨਲ ਟ੍ਰੇਡ ਕੋਰਟ ਦੇ ਪਿਛਲੇ ਫੈਸਲੇ ਅਤੇ ਆਦੇਸ਼ ਇਸ ਸਮੇਂ ਮੁਅੱਤਲ ਹਨ। ਅਪੀਲ ਅਦਾਲਤ ਨੇ ਆਪਣੇ ਫੈਸਲੇ ਦੇ ਹੱਕ ਵਿੱਚ ਕੋਈ ਰਾਏ ਜਾਂ ਵਿਸਤ੍ਰਿਤ ਤਰਕ ਨਹੀਂ ਦਿੱਤਾ, ਪਰ ਮੁੱਦਿਆਈ ਨੂੰ 5 ਜੂਨ ਤੱਕ ਜਵਾਬ ਦੇਣ ਅਤੇ ਟਰੰਪ ਪ੍ਰਸ਼ਾਸਨ ਨੂੰ 9 ਜੂਨ ਤੱਕ ਮਾਮਲੇ ਦੀ ਜਵਾਬ ਦੇਣ ਦਾ ਨਿਰਦੇਸ਼ ਦਿੱਤਾ ਹੈ। ਇਸ ਤੋਂ ਇਲਾਵਾ ਅਪੀਲ ਅਦਾਲਤ ਦੇ ਇਸ ਫੈਸਲੇ ਨਾਲ ਐਮਰਜੈਂਸੀ ਪਾਵਰਸ ਕਾਨੂੰਨ ਤਹਿਤ ਰਾਸ਼ਟਰਪਤੀ ਟਰੰਪ ਦੁਆਰਾ ਲਗਾਏ ਗਏ ਟੈਰਿਫਾਂ ਨੂੰ ਅਸਥਾਈ ਤੌਰ ਤੇ ਬਹਾਲ ਕਰ ਦਿੱਤਾ ਗਿਆ। ਹਾਲਾਂਕਿ ਇਸ ਮੁੱਦੇ ਤੇ ਹੋਰ ਕਾਨੂੰਨੀ ਕਾਰਵਾਈ ਅਜੇ ਵੀ ਸੰਘੀ ਅਪੀਲ ਅਦਾਲਤ ਵਿੱਚ ਵਿਚਾਰ ਅਧੀਨ ਹੈ। ਇਸ ਤੋਂ ਪਹਿਲਾਂ ਅਮਰੀਕੀ ਅੰਤਰਰਾਸ਼ਟਰੀ ਵਪਾਰ ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਸੀ ਕਿ ਰਾਸ਼ਟਰਪਤੀ ਟਰੰਪ ਨੇ ਟੈਰਿਫ ਲਗਾਉਣ ਵਿੱਚ ਆਪਣੇ ਅਧਿਕਾਰ ਨੂੰ ਪਾਰ ਕੀਤਾ। ਵਪਾਰ ਅਦਾਲਤ ਨੇ ਜ਼ਿਆਦਾਤਰ ਟੈਰਿਫਾਂ ਨੂੰ ਤੁਰੰਤ ਰੋਕਣ ਦਾ ਆਦੇਸ਼ ਦਿੱਤਾ ਸੀ, ਜਿਸ ਵਿੱਚ ਲਿਬਰੇਸ਼ਨ ਡੇ ਟੈਰਿਫ ਅਤੇ ਕੈਨੇਡਾ, ਮੈਕਸੀਕੋ ਅਤੇ ਚੀਨ ਤੋਂ ਆਯਾਤ ਤੇ ਲਗਾਏ ਗਏ ਟੈਰਿਫ ਸ਼ਾਮਲ ਹਨ। ਇਸ ਦੌਰਾਨ ਵਾਈਟ ਹਾਊਸ ਦੇ ਵਪਾਰ ਸਲਾਹਕਾਰ ਪੀਟਰ ਨਵਾਰੋ ਨੇ ਵੀਰਵਾਰ ਨੂੰ ਕਿਹਾ ਕਿ ਭਾਵੇਂ ਟਰੰਪ ਪ੍ਰਸ਼ਾਸਨ ਆਪਣੀ ਵਪਾਰ ਨੀਤੀ ਨਾਲ ਸੰਬੰਧਿਤ ਇੱਕ ਕਾਨੂੰਨੀ ਲੜਾਈ ਹਾਰ ਜਾਂਦਾ ਹੈ, ਉਹ ਟੈਰਿਫ ਲਗਾਉਣ ਦੇ ਹੋਰ ਤਰੀਕਿਆਂ ਤੇ ਵਿਚਾਰ ਕਰੇਗਾ। ਵਾਈਟ ਹਾਊਸ ਵਿਖੇ ਪੱਤਰਕਾਰਾਂ ਦੇ ਨਾਲ ਗੱਲ ਕਰਦੇ ਹੋਏ ਨਵਾਰੋ ਨੇ ਜ਼ੋਰ ਦੇ ਕੇ ਕਿਹਾ ਕਿ ਅਮਰੀਕੀ ਟੈਰਿਫ ਇਸ ਸਮੇਂ ਅਦਾਲਤ ਦੁਆਰਾ ਜਾਰੀ ਕੀਤੀ ਗਈ ਰੋਕ ਕਾਰਨ ਲਾਗੂ ਹਨ ਅਤੇ ਟਰੰਪ ਪ੍ਰਸ਼ਾਸਨ ਵਪਾਰ ਅਤੇ ਟੈਰਿਫਾਂ ਬਾਰੇ ਦੂਜੇ ਦੇਸ਼ਾਂ ਨਾਲ ਗੱਲਬਾਤ ਕਰ ਰਿਹਾ ਹੈ। ਅਰਬਪਤੀ ਕਾਰੋਬਾਰੀ ਐਲੋਨ ਮਸਕ ਨੇ ਡੋਜ਼ ਮੁਖੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੁਣ ਪਹਿਲੀ ਵਾਰ ਮਸਕ ਦੇ ਜਾਣ ਤੇ ਪ੍ਰਤੀਕਿਰਿਆ ਦਿੱਤੀ ਹੈ। ਟਰੰਪ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਮਸਕ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਉਹ ਵਾਈਟ ਹਾਊਸ ਵਿੱਚ ਮਸਕ ਨਾਲ ਇੱਕ ਸਾਂਝੀ ਪ੍ਰੈਸ ਕਾਨਫਰੰਸ ਕਰਨਗੇ। ਟਰੰਪ ਨੇ ਕਿਹਾ ਕਿ ਉਹ ਸਥਾਨਕ ਸਮੇਂ ਅਨੁਸਾਰ ਦੁਪਹਿਰ 1:30 ਵਜੇ ਓਵਲ ਦਫ਼ਤਰ ਵਿੱਚ ਐਲੋਨ ਮਸਕ ਨਾਲ ਇੱਕ ਪ੍ਰੈਸ ਕਾਨਫਰੰਸ ਕਰਨਗੇ। ਇਹ ਉਸਦਾ ਆਖਰੀ ਦਿਨ ਹੋਵੇਗਾ, ਪਰ ਉਹ ਹਮੇਸ਼ਾ ਸਾਡੇ ਨਾਲ ਰਹੇਗਾ ਅਤੇ ਸਾਡੀ ਮਦਦ ਕਰੇਗਾ। ਐਲੋਨ ਇੱਕ ਮਹਾਨ ਵਿਅਕਤੀ ਹੈ, ਉਹਨਾਂ ਨੇ ਕਿਹਾ। ਵਾਈਟ ਹਾਊਸ ਵਿੱਚ ਉਹ ਮਿਲਦੇ ਹਨ। ਮਸਕ ਨੇ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਸੀ ਕਿ ਅਮਰੀਕੀ ਸਰਕਾਰ ਵਿੱਚ ਇੱਕ ਵਿਸ਼ੇਸ਼ ਕਰਮਚਾਰੀ ਵਜੋਂ ਉਸਦਾ ਕਾਰਜਕਾਲ ਖਤਮ ਹੋ ਰਿਹਾ ਹੈ। ਮਸਕ ਨੇ ਕਿਹਾ ਸੀ ਕਿ ਉਹ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਧੰਨਵਾਦ ਕਰਦੇ ਹਨ ਕਿ ਉਹਨਾਂ ਨੂੰ ਸਰਕਾਰ ਦੇ ਫਜ਼ੂਲ ਖਰਚ ਨੂੰ ਘਟਾਉਣ ਦਾ ਮੌਕਾ ਦਿੱਤਾ ਗਿਆ। ਉਹਨਾਂ ਨੇ ਇਹ ਵੀ ਕਿਹਾ ਕਿ ਡੋਜ਼ ਦਾ ਮਿਸ਼ਨ ਸਮੇਂ ਦੇ ਨਾਲ ਮਜ਼ਬੂਤ ਹੋਵੇਗਾ। ਦੱਸਣਯੋਗ ਹੈ ਕਿ ਕੁਝ ਸਮੇਂ ਤੋਂ ਇਹ ਅੰਦਾਜ਼ੇ ਲਗਾਏ ਜਾ ਰਹੇ ਸਨ ਕਿ ਉਹ ਡੋਜ਼ ਦੇ ਕੰਮ ਦੀ ਦੇਖਭਾਲ ਕਰਨ ਕਾਰਨ ਆਪਣੇ ਕਾਰੋਬਾਰ ਤੇ ਧਿਆਨ ਕੇਂਦਰਿਤ ਨਹੀਂ ਕਰ ਪਾ ਰਹੇ ਸਨ। ਮਸਕ ਨੇ ਫੈਸਲਾ ਉਸ ਸਮੇਂ ਲਿਆ ਜਦੋਂ ਉਹਨਾਂ ਨੂੰ ਇੱਕ ਵੱਡੇ ਸੁੰਦਰ ਬਿੱਲ ਨੂੰ ਲੈ ਕੇ ਟਰੰਪ ਤੋਂ ਨਾਰਾਜ਼ ਦੱਸਿਆ ਜਾ ਰਿਹਾ ਸੀ। ਇਸ ਤੇ ਮਸਕ ਨੇ ਕਿਹਾ ਸੀ ਕਿ ਮੈਨੂੰ ਲੱਗਦਾ ਹੈ ਕਿ ਇੱਕ ਬਿੱਲ ਵੱਡਾ ਹੋ ਸਕਦਾ ਹੈ ਜਾਂ ਇਹ ਸ਼ਾਨਦਾਰ ਹੋ ਸਕਦਾ ਹੈ, ਪਰ ਉਹਨਾਂ ਨੂੰ ਇਹ ਨਹੀਂ ਲੱਗਦਾ ਕਿ ਇਹ ਇੱਕੋ ਸਮੇਂ ਦੋਵੇਂ ਹੋ ਸਕਦੇ ਹਨ। ਵਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਮਸਕ ਅਮਰੀਕੀ ਸਰਕਾਰ ਛੱਡ ਰਹੇ ਹਨ। ਦੱਸਣਯੋਗ ਹੈ ਕਿ ਮਸਕ ਨੇ 130 ਦਿਨਾਂ ਲਈ ਅਮਰੀਕੀ ਸਰਕਾਰ ਵਿੱਚ ਇੱਕ ਵਿਸ਼ੇਸ਼ ਕਰਮਚਾਰੀ ਵਜੋਂ ਕੰਮ ਕੀਤਾ।
ਕੈਨੇਡਾ ਦੇ ਵਿੱਚ ਓਪਨ ਵਰਕ ਪਰਮਿਟ ਲਈ ਅਰਜ਼ੀਆਂ ਦਾਇਰ ਕਰਨ ਵਾਲੇ ਆਰਜ਼ੀ ਵਿਦੇਸ਼ੀ ਕਾਮਿਆਂ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ 800% ਤੋਂ ਵੱਧ ਹੋ ਚੁੱਕੀ ਹੈ ਅਤੇ ਇਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਇੰਪਲੋਇਰਸ ਦੇ ਸਥਾਈ ਕਿਰਤੀਆਂ ਦੇ ਗਿਣਤੀ ਵਧਣ ਤੋਂ ਇਲਾਵਾ ਨਿਯਮਾਂ ਵਿੱਚ ਤਬਦੀਲੀ ਦਾ ਨਜਾਇਜ਼ ਫਾਇਦਾ ਉਠਾਉਣ ਵਾਲੇ ਵੀ ਲਗਾਤਾਰ ਵਧ ਰਹੇ ਹਨ। ਓਨਟਾਰੀਓ ਵਿੱਚ ਗਿਣਤੀ 10 ਗੁਣਾ ਤੱਕ ਵਧਦੀ ਨਜ਼ਰ ਆਈ, ਜਿੱਥੇ 2025 ਦੀ ਪਹਿਲੀ ਤਿਮਾਹੀ ਦੌਰਾਨ ਓਪਨ ਵਰਕ ਪਰਮਿਟ ਦੀ ਅਰਜ਼ੀ ਦਾਖਲ ਕਰਨ ਵਾਲਿਆਂ ਦੀ ਗਿਣਤੀ 435 ਦਰਜ ਕੀਤੀ ਗਈ, ਜੋ 2024 ਦੀ ਪਹਿਲੀ ਤਿਮਾਹੀ ਦੌਰਾਨ ਸਿਰਫ 45 ਰਹੀ ਸੀ। ਫੈਡਰਲ ਸਰਕਾਰ ਵੱਲੋਂ ਇੰਪਲੋਇਰਸ ਦੇ ਸਥਾਈ ਆਰਜ਼ੀ ਵਿਦੇਸ਼ੀ ਕਾਮਿਆਂ ਵਾਸਤੇ 2019 ਵਿੱਚ ਕਾਨੂੰਨ ਲਿਆਂਦਾ ਗਿਆ, ਜਿਸ ਤਹਿਤ ਇੱਕ ਇੰਪਲੋਇਰ ਨਾਲ ਬੱਝੇ ਉਹਨਾਂ ਕਿਰਤੀਆਂ ਨੂੰ ਰਾਹਤ ਦਿੱਤੀ ਗਈ ਜੋ ਲਗਾਤਾਰ ਧੱਕੇਸ਼ਾਹੀ ਦਾ ਸ਼ਿਕਾਰ ਬਣ ਰਹੇ ਹਨ। ਸਿਰਫ ਇੰਨਾ ਹੀ ਨਹੀਂ, ਸਮਾਜਿਕ ਮਾਮਲਿਆਂ ਬਾਰੇ ਸੈਨੇਟ ਦੀ ਇੱਕ ਕਮੇਟੀ ਨੇ ਫੈਡਰਲ ਸਰਕਾਰ ਨੂੰ ਸਿਫਾਰਿਸ਼ ਕੀਤੀ ਕਿ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਸਿਰਫ ਇੱਕ ਇੰਪਲੋਇਰ ਨਾਲ ਬਣ ਕੇ ਨਾ ਰੱਖਿਆ ਜਾਵੇ ਅਤੇ ਉਹਨਾਂ ਨੂੰ ਆਪਣੀ ਮਰਜ਼ੀ ਮੁਤਾਬਕ ਕਿਸੇ ਵੀ ਇੰਪਲੋਇਰ ਕੋਲ ਕੰਮ ਕਰਨ ਦੀ ਖੁੱਲ੍ਹ ਹੋਣੀ ਚਾਹੀਦੀ ਹੈ। ਕਮੇਟੀ ਨੇ ਸਪਸ਼ਟ ਸ਼ਬਦਾਂ ਵਿੱਚ ਆਖਿਆ ਕਿ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਮੌਜੂਦਾ ਰੂਪ ਵਿੱਚ ਨਾ ਪ੍ਰਵਾਸੀਆਂ ਵਾਸਤੇ ਲਾਹੇਵੰਦ ਸਾਬਤ ਹੋ ਰਿਹਾ ਹੈ ਅਤੇ ਨਾ ਹੀ ਉਹਨਾਂ ਨੂੰ ਨੌਕਰੀ ਦੇਣ ਵਾਲਿਆਂ ਵਾਸਤੇ। ਕਮੇਟੀ ਵੱਲੋਂ ਕੀਤੀਆਂ ਸਿਫਾਰਿਸ਼ਾਂ ਵਿੱਚ ਪ੍ਰਵਾਸੀ ਕਾਮਿਆਂ ਨੂੰ ਉਹਨਾਂ ਦੇ ਹੱਕਾਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਮੁਹੱਈਆ ਕਰਵਾਉਣ ਅਤੇ ਕੰਮ ਵਾਲੀਆਂ ਥਾਵਾਂ ਦੀ ਲਗਾਤਾਰ ਪੁਨਸ਼ਾਨ ਕਰਨ ਦੇ ਜ਼ੋਰ ਦਿੱਤਾ ਗਿਆ ਹੈ। ਇੱਥੇ ਦੱਸਣਾ ਬਣਦਾ ਹੈ ਕਿ ਕਲੋਜ਼ਡ ਵਰਕ ਪਰਮਿਟ ਕਰਕੇ ਆਰਜ਼ੀ ਵਿਦੇਸ਼ੀ ਕਾਮੇ ਕਿਸੇ ਹੋਰ ਇੰਪਲੋਇਰ ਕੋਲ ਕੰਮ ਕਰਨ ਲਈ ਅਧਿਕਾਰਤ ਨਹੀਂ ਹੁੰਦੇ ਅਤੇ ਇੰਪਲੋਇਰਸ ਨੂੰ ਮਨਮਾਨੀਆਂ ਕਰਨ ਦਾ ਮੌਕਾ ਮਿਲ ਜਾਂਦਾ ਹੈ। ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਰਿਪੋਰਟਰ ਨੇ 2023 ਵਿੱਚ ਕੈਨੇਡਾ ਦੀ ਆਰਜ਼ੀ ਵਿਦੇਸ਼ੀ ਕਾਮਿਆਂ ਵਾਲੀ ਯੋਜਨਾ ਦੀ ਤੁਲਨਾ ਗੁਲਾਮੀ ਵਿੱਚ ਜਕੜੇ ਕਿਰਤੀਆਂ ਦੇ ਨਾਲ ਕੀਤੀ ਸੀ। ਕੈਨੇਡਾ ਦੇ BC ਵਿੱਚ ਟਰੱਕ ਡਰਾਈਵਰਾਂ ਦੀ ਯੂਨੀਅਨ ਵੱਲੋਂ ਲੈਂਗਲੀ ਐਬਸਫੋਰਡ ਤੋਂ ਵਿਧਾਇਕ ਹਰਮਨ ਪੰਗੂ ਵਿਰੁੱਧ ਮਾਨਹਾਨੀ ਦਾ ਮੁਕੱਦਮਾ ਦਾਇਰ ਕੀਤਾ ਜਾ ਰਿਹਾ ਹੈ। ਟੀਮ ਮਰਸੈਡਸ ਲੋਕਲ 213 ਨੇ ਵੈਂਕੂਵਰ ਦੀ ਸਿਵਲ ਅਦਾਲਤ ਵਿੱਚ ਨੋਟਿਸ ਦਾਇਰ ਕਰਦਿਆਂ ਦਾਅਵਾ ਕੀਤਾ ਹੈ ਕਿ ਹਰਮਨ ਪੰਗੂ ਨੇ 8 ਮਈ ਨੂੰ ਵਿਧਾਨ ਸਭਾ ਵਿੱਚ ਯੂਨੀਅਨ ਅਤੇ ਭ੍ਰਿਸ਼ਟਾਚਾਰ ਅਤੇ ਭਾਈ ਭਤੀਜਾਵਾਦ ਵਿੱਚ ਸ਼ਾਮਲ ਹੋਣ ਦੇ ਦੋਸ਼ ਲਾਏ, ਜੋ ਸਿੱਧੇ ਤੌਰ ਤੇ ਮਾਨਹਾਨੀ ਕਰਦੇ ਹਨ। ਯੂਨੀਅਨ ਨੇ ਅੱਗੇ ਕਿਹਾ ਕਿ ਹਰਮਨ ਪੰਗੂ ਵੱਲੋਂ ਆਪਣੀਆਂ ਟਿੱਪਣੀਆਂ ਨਾਲ ਸੰਬੰਧਿਤ ਵੀਡੀਓ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਅਤੇ ਕਈ ਲਿਖਤੀ ਟਿੱਪਣੀਆਂ ਵੀ ਕੀਤੀਆਂ। CCTV ਦੀ ਇੱਕ ਰਿਪੋਰਟ ਮੁਤਾਬਕ ਯੂਨੀਅਨ ਦੇ ਬਿਜ਼ਨਸ ਮੈਨੇਜਰ, ਸਕੱਤਰ ਅਤੇ ਖਜ਼ਾਨਚੀ ਟੋਨੀ ਨੇ ਕਿਹਾ ਕਿ ਹਰਮਨ ਪੰਗੂ ਵੱਲੋਂ ਲਾਏ ਦੋਸ਼ ਸਰਾਸਰ ਝੂਠੇ ਅਤੇ ਟਰੱਕ ਡਰਾਈਵਰਾਂ ਦੇ ਅਕਸ ਨੂੰ ਢਾਹ ਲਾਉਣ ਵਾਲੇ ਹਨ। ਅਜਿਹੀਆਂ ਟਿੱਪਣੀਆਂ ਯੂਨੀਅਨ ਦੇ ਰੁਤਬੇ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਅਤੇ ਕਾਨੂੰਨੀ ਕਾਰਵਾਈ ਰਾਹੀਂ ਸਾਡਾ ਸਟੈਂਡ ਸਪਸ਼ਟ ਹੋ ਜਾਵੇਗਾ। ਉਧਰ ਹਰਮਨ ਪੰਗੂ ਵੱਲੋਂ ਯੂਨੀਅਨ ਦੇ ਨੋਟਿਸ ਦਾ ਕੋਈ ਜਵਾਬ ਦਾਖਲ ਨਹੀਂ ਕੀਤਾ ਗਿਆ ਅਤੇ ਫਿਲਹਾਲ ਮਾਨਹਾਨੀ ਦੇ ਦੋਸ਼ ਅਦਾਲਤ ਵਿੱਚ ਸਾਬਤ ਨਹੀਂ ਕੀਤੇ ਗਏ। ਇੱਥੇ ਦੱਸਣਾ ਬਣਦਾ ਹੈ ਕਿ ਹਰਮਨ ਪੰਗੂ ਵੱਲੋਂ ਕੀਤੀਆਂ ਕਥਿਤ ਮਾਨਹਾਨੀਆਂ ਵਾਲੀਆਂ ਟਿੱਪਣੀਆਂ ਕਮਿਊਨਿਟੀ ਬੈਨੀਫਿਟਸ ਐਗਰੀਮੈਂਟ ਅਧੀਨ ਆਰੰਭੇ ਕੰਸਟਰਕਸ਼ਨ ਪ੍ਰੋਜੈਕਟਾਂ ਲਈ ਯੂਨੀਅਨਸ ਵੱਲੋਂ ਕੀਤੀ ਜਾ ਰਹੀ ਸਪਲਾਈ ਨਾਲ ਸੰਬੰਧਿਤ ਹਨ। ਮਿਸਾਲ ਵਜੋਂ ਯੂਨੀਅਨ ਦੇ ਮੁਕੱਦਮੇ ਵਿੱਚ ਪਟੂਲੋ ਬ੍ਰਿਜ ਰਿਪਲੇਸਮੈਂਟ ਅਤੇ ਵੈਂਕੂਵਰ ਦੇ ਬ੍ਰੌਡਵੇ ਸਕਾਈ ਟ੍ਰੇਨ ਵਾਧੇ ਨੂੰ ਸ਼ਾਮਲ ਕੀਤਾ ਗਿਆ ਹੈ। ਯੂਨੀਅਨਸ ਦਾ ਕਹਿਣਾ ਹੈ ਕਿ ਕਮਿਊਨਿਟੀ ਬੈਨੀਫਿਟਸ ਐਗਰੀਮੈਂਟ ਅਧੀਨ ਨਿਯਮ ਬਿਲਕੁਲ ਸਪਸ਼ਟ ਹਨ। ਜੇ ਠੇਕੇਦਾਰਾਂ ਤੋਂ ਇਲਾਵਾ ਵੀ ਟਰੱਕਾਂ ਦੀ ਜ਼ਰੂਰਤ ਹੋਵੇਗੀ ਤਾਂ ਪ੍ਰੋਜੈਕਟ ਇੰਪਲੋਇਰ ਨੂੰ ਯੂਨੀਅਨ ਦੇ ਕੋਲ ਡਿਸਪੈਚ ਰਿਕੁਐਸਟ ਦਾਖਲ ਕਰਨੀ ਹੋਵੇਗੀ। ਇਸ ਰਿਕੁਐਸਟ ਨੂੰ ਪੂਰਾ ਕਰਨ ਲਈ ਆਪਣੇ ਮੈਂਬਰਾਂ ਦੀ ਉਪਲਬਧਤਾ ਵਿੱਚੋਂ ਸੱਦਾ ਭੇਜੇਗੀ, ਪਰ ਜਦੋਂ ਕੋਈ ਮੈਂਬਰ ਬਾਕੀ ਨਾ ਬਚੇ ਤਾਂ ਸਧਾਰਨ ਟਰੱਕ ਆਪਰੇਟਰਾਂ ਨੂੰ ਸੱਦਿਆ ਜਾਂਦਾ ਹੈ, ਜਿਨ੍ਹਾਂ ਦਾ ਯੂਨੀਅਨ ਨਾਲ ਸਪਲਾਈ ਸਮਝੌਤਾ ਪਹਿਲਾਂ ਹੀ ਤੈਅ ਹੁੰਦਾ ਹੈ। ਜੇ ਮੈਟੀਰੀਅਲ ਦੀ ਸਪਲਾਈ ਕਰਦੀ ਹੈ ਤਾਂ ਯੂਨੀਅਨ ਵੱਲੋਂ ਮੰਗ ਪੂਰੀ ਕਰਨ ਖਾਤਰ ਬ੍ਰੋਕਰਾਂ ਨੂੰ ਸੱਦਿਆ ਜਾਂਦਾ ਹੈ। ਇਸ ਦੇ ਉਲਟ ਹਰਮਨ ਪੰਗੂ ਦੇ ਵਿਧਾਨ ਸਭਾ ਵਿੱਚ ਦੋਸ਼ ਲਾਇਆ ਕਿ ਯੂਨੀਅਨ ਵੱਲੋਂ ਤੈਅਸ਼ੁਦਾ ਪ੍ਰਕਿਰਿਆ ਮੁਤਾਬਕ ਕੰਮ ਨਹੀਂ ਕੀਤਾ ਜਾ ਰਿਹਾ ਅਤੇ ਇਹ ਭ੍ਰਿਸ਼ਟਾਚਾਰ ਤੇ ਭਾਈ ਭਤੀਜਾਵਾਦ ਵਿੱਚ ਖੁੱਭੀ ਹੋਈ ਹੈ। ਹਰਮਨ ਪੰਗੂ ਨੇ ਯੂਨੀਅਨ ਦੇ ਬਿਜ਼ਨਸ ਏਜੰਟ ਅਮਨੀਤ ਸੇਖੋ ਦਾ ਵੀ ਨਾਂ ਲਿਆ, ਜੋ ਵੱਡੇ ਠੇਕੇਦਾਰਾਂ ਲਈ ਬ੍ਰੋਕਰ ਵਜੋਂ ਕੰਮ ਕਰਨ ਵਾਲਾ ਇੱਕ ਕੰਪਨੀ ਦੇ ਮਾਲਕ ਪ੍ਰਦਮਨ ਪਾਲ ਸੇਖੋ ਦਾ ਬੇਟਾ ਹੈ। ਉਧਰ ਯੂਨੀਅਨ ਨੇ ਪੰਗੂ ਦੇ ਦੋਸ਼ਾਂ ਨੂੰ ਕੋਰਾ ਝੂਠਾ ਕਰਾਰ ਦਿੰਦਿਆਂ ਕਿਹਾ ਕਿ ਉਹ ਸੋਸ਼ਲ ਮੀਡੀਆ ਰਾਹੀਂ 2019 ਤੋਂ ਅਜਿਹੇ ਦੋਸ਼ ਲਾਉਂਦਾ ਆ ਰਿਹਾ ਹੈ। ਕੈਨੇਡਾ ਦੇ ਮੈਨੀਟੋਬਾ ਸੂਬੇ ਦੇ ਫਲਿਨ ਫਲੋਨ ਸ਼ਹਿਰ ਨੇੜੇ ਮੁੜ ਜੰਗਲ ਦੀ ਅੱਗ ਭੜਕ ਪਈ ਹੈ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਐਮਰਜੈਂਸੀ ਦਾ ਐਲਾਨ ਕੀਤਾ ਗਿਆ। ਪ੍ਰਧਾਨ ਮੰਤਰੀ ਮਾਕਾਨੀ ਨੇ ਮਦਦ ਲਈ ਫੌਜ ਭੇਜਣ ਤੇ ਸਹਿਮਤੀ ਦਿੱਤੀ ਹੈ। ਪ੍ਰੀਮੀਅਰ ਵੈਬ ਕੈਨਿਓ ਨੇ ਕਿਹਾ ਕਿ ਜੰਗਲ 'ਚ ਲੱਗੀ ਅੱਗ ਕਰਕੇ ਫਲਿਨ ਫਲੋਨ ਸ਼ਹਿਰ ਦੇ ਸੈਂਕੜੇ ਲੋਕ ਆਪਣਾ ਘਰ-ਬਾਰ ਛੱਡਣ ਲਈ ਮਜਬੂਰ ਹੋ ਚੁੱਕੇ ਹਨ। ਮੁੱਖ ਮੰਤਰੀ ਨੇ ਵਿਨੀਪੈਗ ਦੇ ਭਾਈਚਾਰਿਆਂ ਅਤੇ ਕੰਪਨੀਆਂ ਨੂੰ ਆਉਣ ਵਾਲੇ ਦਿਨਾਂ ਵਿੱਚ ਹੋਰ ਲੋਕਾਂ ਲਈ ਆਪਣੇ ਦਰਵਾਜ਼ੇ ਖੋਲ੍ਹਣ ਦੀ ਬੇਨਤੀ ਕੀਤੀ ਹੈ। ਉਹਨਾਂ ਨੇ ਲੋਕਾਂ ਲਈ ਬਿਲੀ ਮੋਸੀਐਂਕੋ ਅਰੀਨਾ 709
ਕੀਵਾਟਿਨ ਸਟਰੀਟ ਅਤੇ ਵਿਨੀਪੈਗ ਵਿੱਚ ਪ੍ਰਬੰਧ ਕੀਤੇ ਹਨ, ਜਿਸ ਵਿੱਚ ਪ੍ਰੋਫੈਸ਼ਨਲ ਐਮਰਜੈਂਸੀ ਸੋਸ਼ਲ ਸਰਵਿਸਿਜ਼ ਅਤੇ ਕੈਨੇਡੀਅਨ ਰੈੱਡ ਕਰਾਸ ਦੇ ਸਟਾਫ ਵੱਲੋਂ ਧਿਆਨ ਰੱਖਿਆ ਜਾ ਰਿਹਾ ਹੈ। ਰਿਸੈਪਸ਼ਨ ਸੈਂਟਰ ਸਾਰੀ ਰਾਤ ਖੁੱਲ੍ਹਾ ਰਹੇਗਾ। ਮੈਨੀਟੋਬਾ ਦੇ ਪ੍ਰੀਮੀਅਰ ਵੈਬ ਕੀਨਿਊ ਨੇ ਕਿਹਾ ਕਿ ਅੱਗ ਕਰਕੇ ਤਕਰੀਬਨ 17,000 ਲੋਕਾਂ ਨੂੰ ਘਰ ਬਾਹਰ ਛੱਡਣ ਲਈ ਮਜਬੂਰ ਹੋਣਾ ਪਿਆ। ਇਹ ਮੈਨੀਟੋਬਾ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਨਿਕਾਸੀ ਹੈ। ਲੋਕਾਂ ਦੀ ਵੱਡੀ ਗਿਣਤੀ ਕਾਰਨ ਇੱਥੇ ਫੌਜ ਨੂੰ ਮਦਦ ਲਈ ਬੁਲਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸਸਕੈਚੁਆਨ ਦੇ ਕ੍ਰਾਈਟਨ ਵਿੱਚ 1200 ਨਿਵਾਸੀਆਂ ਨੂੰ ਸੁਰੱਖਿਅਤ ਟਿਕਾਣਿਆਂ ਤੇ ਜਾਣ ਲਈ ਆਖ ਦਿੱਤਾ ਗਿਆ ਹੈ। ਟਰੰਪ ਪ੍ਰਸ਼ਾਸਨ ਨੇ ਬਰਡ ਫਲੂ ਟੀਕੇ ਦੇ ਵਿਕਾਸ ਲਈ ਮੋਡਰਨਾ ਨੂੰ ਦਿੱਤਾ ਗਿਆ ਇਕਰਾਰਨਾਮਾ ਰੱਦ ਕਰ ਦਿੱਤਾ ਹੈ ਅਤੇ ਟੀਕੇ ਖਰੀਦਣ ਦਾ ਅਧਿਕਾਰ ਵੀ ਰੱਦ ਕਰ ਦਿੱਤਾ ਹੈ। ਬਾਈਡਨ ਪ੍ਰਸ਼ਾਸਨ ਨੇ ਬਰਡ ਫਲੂ ਟੀਕੇ ਦੇ ਵਿਕਾਸ ਨੂੰ ਅੱਗੇ ਵਧਾਉਣ ਲਈ ਮੋਡਰਨਾ ਨੂੰ $590 ਮਿਲੀਅਨ ਦਿੱਤੇ ਸਨ। ਟਰੰਪ ਪ੍ਰਸ਼ਾਸਨ ਨੇ ਬਰਡ ਫਲੂ ਟੀਕੇ ਦੇ ਅੰਤਮ ਪੜਾਅ ਦੇ ਵਿਕਾਸ ਲਈ ਮੋਡਰਨਾ ਨੂੰ ਦਿੱਤਾ ਗਿਆ ਇਕਰਾਰਨਾਮਾ ਰੱਦ ਕਰ ਦਿੱਤਾ। ਟੀਕੇ ਖਰੀਦਣ ਦਾ ਅਧਿਕਾਰ ਵੀ ਰੱਦ ਕਰ ਦਿੱਤਾ। ਜਨਵਰੀ ਵਿੱਚ ਮੋਡਰਨਾ ਨੂੰ ਬਾਈਡਨ ਪ੍ਰਸ਼ਾਸਨ ਦੁਆਰਾ ਇਸ ਦੇ ਬਰਡ ਫਲੂ ਟੀਕੇ ਅਤੇ ਮਹਾਮਾਰੀ ਇਨਫਲੂਐਂਜ਼ਾ ਦੇ ਵਿਕਾਸ ਨੂੰ ਅੱਗੇ ਵਧਾਉਣ ਲਈ $590 ਮਿਲੀਅਨ ਦਿੱਤੇ ਗਏ ਸਨ। ਇਸ ਵਿੱਚ 5 ਵਾਧੂ ਅਧਿਐਨ ਦੇ ਵਿਸਥਾਰ ਦਾ ਸਮਰਥਨ ਕਰਨਾ ਵੀ ਸ਼ਾਮਲ ਹੈ। ਪਿਛਲੇ ਸਾਲ ਦੇ ਸ਼ੁਰੂ ਵਿੱਚ ਆਧਾਰਿਤ ਟੀਕੇ ਦੇ ਅੰਤਿਮ ਪੜਾਅ ਦੇ ਵਿਕਾਸ ਅਤੇ ਟੈਸਟਿੰਗ ਨੂੰ ਪੂਰਾ ਕਰਨ ਲਈ ਵਾਧੂ $176 ਮਿਲੀਅਨ ਦਿੱਤੇ ਗਏ ਸਨ। ਇਹ H5N1 ਏਵੀਅਨ ਇਨਫਲੂਐਂਜ਼ਾ ਵਿਰੁੱਧ ਅਮਰੀਕੀ ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ ਦੁਆਰਾ ਦਿੱਤਾ ਗਿਆ ਸੀ। ਮੋਡਰਨਾ ਨੇ ਕਿਹਾ ਕਿ ਉਹ ਟੀਕੇ ਦੇ ਅੰਤਿਮ ਪੜਾਅ ਦੇ ਵਿਕਾਸ ਅਤੇ ਨਿਰਮਾਣ ਲਈ ਵਿਕਲਪਾਂ ਦੀ ਪੜਚੋਲ ਕਰਨ ਦੀ ਯੋਜਨਾ ਬਣਾ ਰਹੀ ਹੈ। ਕੰਪਨੀ ਨੇ ਇਹ ਵੀ ਐਲਾਨ ਕੀਤਾ ਹੈ ਕਿ ਉਸ ਨੂੰ H5 ਏਵੀਅਨ ਇਨਫਲੂਐਂਜ਼ਾ ਵਾਇਰਸ ਕਿਸਮ ਨੂੰ ਨਿਸ਼ਾਨਾ ਬਣਾਉਂਦੇ ਹੋਏ ਆਪਣੇ ਬਰਡ ਫਲੂ ਟੀਕੇ ਦੀ ਸੁਰੱਖਿਆ ਦੀ ਜਾਂਚ ਕਰਨ ਲਈ ਟੈਸਟਾਂ ਤੋਂ ਸਕਾਰਾਤਮਕ ਅੰਤਰਿਮ ਡਾਟਾ ਪ੍ਰਾਪਤ ਹੋਇਆ ਹੈ। ਅਮਰੀਕੀ ਵਪਾਰ ਅਦਾਲਤ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਗਾਏ ਲਿਬਰੇਸ਼ਨ ਡੇ ਟੈਰਿਫ ਨੂੰ ਗੈਰ ਕਾਨੂੰਨੀ ਕਰਾਰ ਦੇ ਕੇ ਇਸ ਤੇ ਪਾਬੰਦੀ ਲਗਾ ਦਿੱਤੀ ਹੈ। ਟਰੰਪ ਪ੍ਰਸ਼ਾਸਨ ਨੇ 2 ਅਪ੍ਰੈਲ 2025 ਨੂੰ ਇਹ ਨਵੀਂ ਵਪਾਰ ਨੀਤੀ ਲਾਗੂ ਕੀਤੀ ਸੀ, ਜਿਸ ਤਹਿਤ ਚੀਨ, ਯੂਰੋਪੀਅਨ ਯੂਨੀਅਨ ਅਤੇ ਹੋਰ ਕਈ ਦੇਸ਼ਾਂ ਤੋਂ ਆਉਣ ਵਾਲੇ ਉਤਪਾਦਾਂ ਤੇ 10% ਤੋਂ 145% ਤੱਕ ਭਾਰੀ ਆਯਾਤ ਡਿਊਟੀ ਲਗਾ ਦਿੱਤੀ ਗਈ ਸੀ। ਇਸ ਮਾਮਲੇ ਦੀ ਸੁਣਵਾਈ ਦੌਰਾਨ ਟਰੰਪ ਸਰਕਾਰ ਵਿੱਚ ਵਪਾਰ ਮੰਤਰੀ ਲੁਟਨਿਕ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਟੈਰਿਫ ਕਾਰਨ ਹੀ ਸੰਭਵ ਹੋਈ ਹੈ। ਉਹਨਾਂ ਨੇ ਕਿਹਾ ਕਿ ਦੋਵੇਂ ਪਰਮਾਣੂ ਸ਼ਕਤੀਆਂ 13 ਦਿਨਾਂ ਦੀ ਫੌਜੀ ਕਾਰਵਾਈ ਤੋਂ ਬਾਅਦ 10 ਮਈ ਨੂੰ ਬੰਦੀ ਤੇ ਸਹਿਮਤ ਹੋਏ, ਜਿਸ ਵਿੱਚ ਟਰੰਪ ਦੀ ਵਪਾਰਕ ਪੇਸ਼ਕਸ਼ ਅਤੇ ਦਬਾਅ ਨੇ ਅਹੰਕਾਰਪੂਰਕ ਭੂਮਿਕਾ ਨਿਭਾਈ ਹੈ। ਲੁਟਨਿਕ ਨੇ ਚੇਤਾਵਨੀ ਦਿੱਤੀ ਕਿ ਜੇਕਰ ਟੈਰਿਫ ਬੰਦ ਕਰ ਦਿੱਤੇ ਜਾਂਦੇ ਹਨ ਤਾਂ ਭਾਰਤ-ਪਾਕਿਸਤਾਨ ਜੰਗਬੰਦੀ ਪ੍ਰਭਾਵਿਤ ਹੋ ਸਕਦੀ ਹੈ, ਕਿਉਂਕਿ ਦੋਵੇਂ ਦੇਸ਼ ਟਰੰਪ ਦੀ ਪੇਸ਼ਕਸ਼ ਦੀ ਵੈਧਤਾ ਤੇ ਸਵਾਲ ਉਠਾ ਸਕਦੇ ਹਨ। ਅਦਾਲਤ ਨੇ ਆਪਣੇ ਫੈਸਲੇ ਵਿੱਚ ਸਪਸ਼ਟ ਕੀਤਾ ਹੈ ਕਿ ਰਾਸ਼ਟਰਪਤੀ ਟੈਰਿਫ ਲਗਾਉਣ ਲਈ ਇੰਟਰਨੈਸ਼ਨਲ ਐਮਰਜੈਂਸੀ ਇਕਨੋਮਿਕ ਪਾਵਰ ਐਕਟ ਦੀ ਵਰਤੋਂ ਸਿਰਫ ਅਸਲ ਐਮਰਜੈਂਸੀ ਸਥਿਤੀ 'ਚ ਹੀ ਕਰ ਸਕਦੇ ਹਨ। ਅਜਿਹੀ ਐਮਰਜੈਂਸੀ ਨਾ ਤਾਂ ਘੋਸ਼ਿਤ ਹੋਈ ਸੀ, ਨਾ ਹੀ ਪ੍ਰਮਾਣਿਤ। ਇਸ ਲਈ ਟੈਰਿਫ ਲਗਾਉਣ ਦਾ ਟਰੰਪ ਦਾ ਫੈਸਲਾ ਸੰਵਿਧਾਨ ਅਤੇ ਕਾਨੂੰਨ ਦੇ ਉਲੰਘਣ ਵਿੱਚ ਆਉਂਦਾ ਹੈ। ਵਾਈਟ ਹਾਊਸ ਨੇ ਅਦਾਲਤ ਦੇ ਫੈਸਲੇ ਤੇ ਨਾਰਾਜ਼ਗੀ ਜਤਾਈ ਅਤੇ ਉੱਚ ਅਦਾਲਤ ਵਿੱਚ ਅਪੀਲ ਕਰਨ ਦਾ ਐਲਾਨ ਕੀਤਾ। ਤੁਹਾਨੂੰ ਦੱਸਾਂ, ਇਸ ਤੋਂ ਬਾਅਦ ਦੂਸਰੀ ਅਦਾਲਤ ਵੱਲੋਂ ਵੱਡਾ ਫੈਸਲਾ ਆਇਆ, ਜਿਸ ਵਿੱਚ ਇਹ ਕਿਹਾ ਗਿਆ ਸੀਗਾ ਜਿਸ ਵਿੱਚ ਡੋਨਾਲਡ ਟਰੰਪ ਨੂੰ ਵੱਡੀ ਰਾਹਤ ਮਿਲੀ ਹੈ ਅਤੇ ਕਿਹਾ ਗਿਆ ਹੈ ਕਿ ਉਹਨਾਂ ਵੱਲੋਂ ਟੈਰਿਫ ਲਗਾਏ ਗਏ ਸੀ ਜੋ ਸਭ ਉਚਿਤ ਹਨ। ਇਨੀ ਦਿਨੀ ਕੋਰੋਨਾ ਵਾਇਰਸ ਦੇ ਵੱਧਦੇ ਕੇਸ ਪੂਰੀ ਦੁਨੀਆ ਲਈ ਚਿੰਤਾ ਦਾ ਕਾਰਨ ਹਨ। ਇਸ ਵਾਰ ਹਾਂਗਕਾਂਗ, ਸਿੰਗਾਪੁਰ, ਚੀਨ ਵਰਗੇ ਦੇਸ਼ਾਂ ਤੋਂ ਪ੍ਰਕੋਪ ਸ਼ੁਰੂ ਹੋਇਆ ਤੇ ਭਾਰਤੀ ਆਬਾਦੀ ਵਿੱਚ ਵੀ ਲਾਗ ਦਾ ਖਤਰਾ ਤੇਜ਼ੀ ਨਾਲ ਵਧਣ ਲੱਗਾ। ਓਮਿਕਰੋਨ ਤੇ ਇਸ ਦੇ ਉਪਰੂਪਾਂ ਨੂੰ ਵੱਧਦੇ ਕੇਸਾਂ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਸਭ ਤੋਂ ਵੱਧ ਸੰਕਰਮਣ ਦੇ ਮਾਮਲੇ JN.1 ਵੇਰੀਐਂਟ ਤੇ ਇਸ ਵਿੱਚ परिवर्तन द्वारा पैदा हुए उपरूपां जिस विच NB.1, 8.1 ते LF.7 ਦੇ ਹਨ। ਏਸ਼ੀਆਈ ਦੇਸ਼ਾਂ ਦੇ ਨਾਲ-ਨਾਲ ਅਮਰੀਕਾ ਤੋਂ ਪ੍ਰਾਪਤ ਜਾਣਕਾਰੀ ਲੋਕਾਂ ਦੇ ਮਨਾਂ ਵਿੱਚ ਕਰੋਨਾ ਦਾ ਡਰ ਵਧਾ ਰਹੀ ਹੈ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਅਮਰੀਕਾ ਵਿੱਚ ਨਾ ਸਿਰਫ ਲਾਗ ਦੇ ਕੇਸ ਵਧ ਰਹੇ ਹਨ, ਬਲਕਿ ਹਰ ਹਫ਼ਤੇ 300 ਤੋਂ ਵੱਧ ਲੋਕ ਮਰ ਵੀ ਰਹੇ ਹਨ। ਅਮਰੀਕਾ ਦੇ ਡਿਊਕ ਯੂਨੀਵਰਸਿਟੀ ਮੈਡੀਕਲ ਸੈਂਟਰ ਵਿੱਚ ਛੂਤ ਦੀਆਂ ਬਿਮਾਰੀਆਂ ਵਿਭਾਗ ਦੇ ਪ੍ਰੋਫੈਸਰ ਡਾਕਟਰ ਟੋਨੀ ਮੂਡੀ ਦਾ ਕਹਿਣਾ ਹੈ ਕਿ ਅਸਲੀਅਤ ਇਹ ਹੈ ਕਿ ਅਜੇ ਵੀ ਮੌਤਾਂ ਹੋ ਰਹੀਆਂ ਹਨ। ਕੋਰੋਨਾ ਵਾਇਰਸ ਨਾ ਸਿਰਫ ਦੁਬਾਰਾ ਫੈਲ ਰਿਹਾ ਹੈ, ਸਗੋਂ ਲੋਕਾਂ ਨੂੰ ਮਾਰ ਵੀ ਰਿਹਾ ਹੈ। ਇੱਥੇ ਇਹ ਵੀ ਧਿਆਨ ਦੇਣ ਯੋਗ ਹੈ ਕਿ NB.1, 8.1 ਰੂਪ, ਜਿਸ ਕਾਰਨ ਅਮਰੀਕਾ ਵਿੱਚ ਲਾਗ ਤੇ ਮੌਤ ਦੋਵਾਂ ਦੇ ਕੇਸ ਵਧ ਰਹੇ ਹਨ, ਉਹੀ ਰੂਪ ਹੈ ਜੋ ਵਰਤਮਾਨ ਵਿੱਚ ਭਾਰਤ ਵਿੱਚ ਵੀ ਸਭ ਤੋਂ ਵੱਧ ਐਕਟਿਵ ਦੇਖਿਆ ਜਾ ਰਿਹਾ ਹੈ। ਇਸ ਰੂਪ ਦੀ ਪ੍ਰਕਿਰਤੀ ਤੇ ਜ਼ੋਖਮਾਂ ਨੂੰ ਦੇਖਦੇ ਹੋਏ
ਵਿਸ਼ਵ ਸਿਹਤ ਸੰਗਠਨ ਨੇ ਇਸ ਨੂੰ ਨਿਗਰਾਨੀ ਦੇ ਰੂਪ ਵਜੋਂ ਸ਼੍ਰੇਣੀਬੱਧ ਕੀਤਾ ਹੈ। ਹੁਣ ਤੱਕ ਇਸ ਨੂੰ ਦਿਲਚਸਪੀ ਦੇ ਰੂਪ ਵਜੋਂ ਦੇਖਿਆ ਗਿਆ ਸੀ। ਨਿਗਰਾਨੀ ਦੇ ਰੂਪ ਦਾ ਮਤਲਬ ਹੈ ਕਿ ਹੁਣ ਵਾਇਰਸ ਦੇ ਇਸ ਰੂਪ ਨੂੰ ਪਹਿਲ ਦੇ ਆਧਾਰ ਤੇ ਧਿਆਨ ਤੇ ਨਿਗਰਾਨੀ ਦੀ ਲੋੜ ਹੈ ਕਿ ਰੂਪ ਜਿਸ ਨੂੰ ਜ਼ਿਆਦਾਤਰ ਰਿਪੋਰਟਾਂ ਵਿੱਚ ਬਹੁਤ ਹੀ ਚਿੰਤਾ ਦਾ ਵਿਸ਼ਾ ਨਹੀਂ ਮੰਨਿਆ ਜਾਂਦਾ, ਅਸਲ ਵਿੱਚ ਡੈਲਟਾ ਜਿੰਨਾ ਖਤਰਨਾਕ ਹੋ ਸਕਦਾ ਹੈ। ਅਮਰੀਕਾ ਵਿੱਚ ਵੱਧ ਰਹੇ ਮੌਤਾਂ ਦੇ ਕੇਸਾਂ ਨੂੰ ਦੇਖਦੇ ਹੋਏ ਇਹ ਸਵਾਲ ਸੁਭਾਵਕ ਹੈ। ਰੋਗ ਨਿਯੰਤਰਣ ਤੇ ਰੋਕਥਾਮ ਕੇਂਦਰ ਦੁਆਰਾ ਜਾਰੀ ਕੀਤੇ ਗਏ ਅਧਿਕਾਰਤ ਅੰਕੜਿਆਂ ਅਨੁਸਾਰ ਪਿਛਲੇ ਹਫ਼ਤੇ ਅਮਰੀਕਾ ਵਿੱਚ 350 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ ਇਹਨਾਂ ਵਿੱਚੋਂ ਜ਼ਿਆਦਾਤਰ ਮੌਤਾਂ ਉਹਨਾਂ ਲੋਕਾਂ ਵਿੱਚ ਦੇਖੀਆਂ ਗਈਆਂ ਜੋ ਉੱਚ ਜੋਖਮ ਵਿੱਚ ਹਨ, ਜਿਵੇਂ ਕਿ ਉਹ ਜਿਨ੍ਹਾਂ ਨੂੰ ਪਹਿਲਾਂ ਹੀ ਸਹਿ ਰੋਗ ਜਾਂ ਕਮਜ਼ੋਰ ਪ੍ਰਤੀਰੋਧਕ ਸ਼ਕਤੀ ਸੀ। ਓਨਟਾਰੀਓ ਦੇ ਲੰਡਨ ਸ਼ਹਿਰ ਦੀ ਪੁਲਿਸ ਨੇ ਆਪਣੇ ਇਤਿਹਾਸ ਦੀ ਸਭ ਤੋਂ ਵੱਡੀ ਫੈਂਟਨਿਲ ਬਰਾਮਦਗੀ ਕਰਨ ਦਾ ਦਾਅਵਾ ਕੀਤਾ। ਜੀ ਹਾਂ, $27,70,000 ਮੁੱਲ ਦੀ 34.6 ਕਿਲੋ ਫੈਂਟਾਨਿਲ ਤੋਂ ਇਲਾਵਾ 4.5 ਕਿਲੋ ਮੈਥਾਮਫੈਟਾਮੀਨ, 474 ਗ੍ਰਾਮ ਕੋਕੀਨ ਅਤੇ 4 ਪਿਸਤੌਲਾਂ ਵੀ ਬਰਾਮਦ ਕੀਤੀਆਂ। ਲੰਡਨ ਪੁਲਿਸ ਦੇ ਮੁਖੀ ਥਾਈ ਟਰੋਂਗ ਨੇ ਦੱਸਿਆ ਕਿ ਓਪੀਓਇਡ ਸੰਕਟ ਦਾ ਟਾਕਰਾ ਕਰਦਿਆਂ ਵੱਡੇ ਪੱਧਰ ਤੇ ਨਸ਼ਿਆਂ ਦੀ ਬਰਾਮਦਗੀ ਅਤੇ 4 ਗ੍ਰਿਫਤਾਰੀਆਂ ਕਮਿਊਨਿਟੀ ਪ੍ਰਤੀ ਜ਼ਿੰਮੇਵਾਰੀ ਨੂੰ ਦਰਸਾਉਂਦੀਆਂ ਹਨ। ਗ੍ਰਿਫਤਾਰ ਕੀਤੇ ਗਏ 4 ਜਣਿਆਂ ਦੀ ਉਮਰ 24 ਤੋਂ 45 ਸਾਲ ਦਰਮਿਆਨ ਹੈ, ਜਿਨ੍ਹਾਂ ਵਿਰੁੱਧ ਪਾਬੰਦੀਸ਼ੁਦਾ ਹਥਿਆਰ ਰੱਖਣ, ਲਾਪਰਵਾਹੀ ਨਾਲ ਹਥਿਆਰ ਅਤੇ ਅਸਲਾ ਰੱਖਣ, ਤਸਕਰੀ ਦੇ ਮਕਸਦ ਨਾਲ ਨਸ਼ੀਲਾ ਪਦਾਰਥ ਰੱਖਣ ਅਤੇ ਨਸ਼ੀਲਾ ਪਦਾਰਥ ਤਿਆਰ ਕਰਨ ਦੇ ਦੋਸ਼ ਆਇਦ ਕੀਤੇ ਗਏ ਹਨ। ਦੂਜੇ ਪਾਸੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ 2.25 ਕਿਲੋ ਫੈਂਟਾਨਿਲ ਵੱਖਰੇ ਤੌਰ ਤੇ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਤੋਂ ਇਲਾਵਾ 60 ਕਿਲੋ ਵੱਖ-ਵੱਖ ਨਸ਼ੀਲੇ ਪਦਾਰਥ ਵੀ ਜ਼ਬਤ ਕੀਤੇ ਗਏ ਹਨ। ਬਾਰਡਰ ਏਜੰਸੀ ਮੁਤਾਬਕ ਜ਼ਮੀਨੀ ਰਸਤੇ ਅਮਰੀਕਾ ਜਾ ਰਹੀਆਂ ਸ਼ਿਪਮੈਂਟਸ, ਹਵਾਈ ਜਹਾਜ਼ਾਂ ਜਾ ਰਹੀ ਵਿਦੇਸ਼ ਜਾ ਰਹੇ ਸਮਾਨ ਅਤੇ ਸਮੁੰਦਰੀ ਜਹਾਜ਼ਾਂ ਵਿੱਚ ਜਾ ਰਹੇ ਕੰਟੇਨਰਸ ਦੀ ਤਲਾਸ਼ੀ ਦੌਰਾਨ ਇਹ ਬਰਾਮਦਗੀਆਂ ਸੰਭਵ ਹੋ ਸਕੀਆਂ। ਬ੍ਰਿਟਿਸ਼ ਕੋਲੰਬੀਆ, ਕਿਊਬੈਕ ਅਤੇ ਅਲਬਰਟਾ ਵਿੱਚ ਫੈਂਟਾਨਿਲ ਦੀਆਂ 116 ਬਰਾਮਦਗੀਆਂ ਕੀਤੀਆਂ ਗਈਆਂ, ਜਦਕਿ ਮੈਥਾਮਫੈਟਾਮੀਨ 17 ਮੌਕਿਆਂ ਤੇ ਫੜੀ ਗਏ। ਇਸ ਦੇ ਨਾਲ ਹੀ 24 ਮੌਕਿਆਂ ਤੇ ਕੋਕੀਨ ਅਤੇ 17 ਮੌਕਿਆਂ ਤੇ ਅਫੀਮ ਜ਼ਬਤ ਕੀਤੀ ਗਈ। ਭਾਰਤ ਦੇ ਦੋਸਤ ਦੇਸ਼ ਰੂਸ ਨੇ ਪਾਕਿਸਤਾਨ ਦੇ ਨਾਲ ਇੱਕ ਆਧੁਨਿਕ ਸਟੀਲ ਪਲਾਂਟਾਂ ਦੇ ਨਿਰਮਾਣ ਲਈ ਸਮਝੌਤੇ ਨੂੰ ਆਖਰੀ ਰੂਪ ਦਿੱਤਾ ਹੈ। ਇਹ ਸਮਝੌਤਾ 2015 ਵਿੱਚ ਬੰਦ ਪਏ ਸੋਵੀਅਤ ਨਿਰਮਿਤ ਸਟੀਲ ਪਲਾਂਟ ਨੂੰ ਮੁੜ ਚਾਲੂ ਕਰੇਗਾ। ਪਾਕਿਸਤਾਨੀ ਅਧਿਕਾਰੀਆਂ ਅਤੇ ਰੂਸੀ ਪ੍ਰਤੀਨਿਧੀ ਡੈਨਿਸ ਨੇ ਇਸ ਸਮਝੌਤੇ ਦੀ ਪੁਸ਼ਟੀ ਕੀਤੀ ਹੈ। ਇਸ ਪ੍ਰੋਜੈਕਟ ਦਾ ਉਦੇਸ਼ ਪਾਕਿਸਤਾਨ ਦੀ ਸਾਲਾਨਾ ਸਟੀਲ ਬਰਾਮਦ ਨੂੰ 30% ਤੱਕ ਘੱਟ ਕਰਨਾ ਹੈ, ਜਿਸ ਨਾਲ 11.2 ਮਿਲੀਅਨ ਮੀਟ੍ਰਿਕ ਟਨ ਖਪਤ ਅੰਤਰ ਨਾਲ ਜੁੜੇ $2.6 ਬਿਲੀਅਨ ਦੇ ਬਰਾਮਦ ਬਿੱਲ ਵਿੱਚ ਕਮੀ ਆਏਗੀ। ਸ਼ਹਿਬਾਜ਼ ਸ਼ਰੀਫ ਨਾਲ $2.6 ਬਿਲੀਅਨ ਦੇ ਮੈਗਾ ਸਮਝੌਤੇ ਨੇ ਪੁਤਿਨ ਦੇ ਇਸਲਾਮਾਬਾਦ ਵੱਲ ਵੱਧਦੇ ਝੁਕਾਅ ਨੂੰ ਲੈ ਕੇ ਦਿੱਲੀ ਵਿੱਚ ਰੋਸ ਪੈਦਾ ਕਰ ਦਿੱਤਾ ਹੈ। ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਆਰਥਿਕ ਸਬੰਧ ਡੂੰਘੇ ਫੌਜੀ ਅਤੇ ਤਕਨੀਕੀ ਸਹਿਯੋਗ ਦੇ ਦਰਵਾਜ਼ੇ ਖੋਲ੍ਹ ਸਕਦੇ ਹਨ। ਭਾਰਤ ਦੇ ਕੱਟੜ ਵਿਰੋਧੀ ਵੱਲ ਪੁਤਿਨ ਦੇ ਝੁਕਾਅ ਨੇ ਪੂਰੇ ਸਾਊਥ ਬਲਾਕ ਵਿੱਚ ਚਿੰਤਾ ਵਧਾ ਦਿੱਤੀ ਹੈ। ਪਾਕਿਸਤਾਨ ਅਤੇ ਰੂਸ ਪਿਛਲੇ ਕਈ ਸਾਲਾਂ ਤੋਂ ਇੱਕ ਦੂਜੇ ਦੇ ਨੇੜੇ ਆ ਰਹੇ ਹਨ। ਦੋਹਾਂ ਦੇਸ਼ਾਂ ਦਰਮਿਆਨ ਗੈਸ ਪਾਈਪਲਾਈਨ ਬਣਾਉਣ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ। ਇਸ ਤੋਂ ਇਲਾਵਾ ਦੋਹਾਂ ਦੇਸ਼ਾਂ ਨੇ 2023 ਵਿੱਚ ਕੱਚੇ ਤੇਲ ਨੂੰ ਲੈ ਕੇ ਇੱਕ ਸਮਝੌਤਾ ਵੀ ਕੀਤਾ ਸੀ। ਇਸ ਸਮਝੌਤੇ ਅਧੀਨ ਪਾਕਿਸਤਾਨ ਨੂੰ ਸਸਤੇ ਮੁੱਲ ਤੇ ਤੇਲ ਦੀ ਸਪਲਾਈ ਕੀਤੀ ਜਾਣੀ ਹੈ। ਇਸ ਤੋਂ ਇਲਾਵਾ ਪਾਕਿਸਤਾਨ ਅਤੇ ਰੂਸ ਦਰਮਿਆਨ ਸਿੱਧੀ ਸਮੁੰਦਰੀ ਕਾਰਗੋ ਸੇਵਾ ਦੀ ਵੀ ਸ਼ੁਰੂਆਤ ਕੀਤੀ ਗਈ ਹੈ। ਜਾਪਾਨ ਸਰਕਾਰ ਨੇ ਬੱਚਿਆਂ ਦੇ ਨਾਮ ਰੱਖਣ ਸੰਬੰਧੀ ਨਵੇਂ ਨਿਯਮ ਲਾਗੂ ਕਰ ਦਿੱਤੇ ਹਨ, ਜਿਨ੍ਹਾਂ ਅਧੀਨ ਹੁਣ ਮਾਪੇ ਆਪਣੇ ਮਨਚਾਹੇ ਢੰਗ ਨਾਲ ਨਾਮ ਨਹੀਂ ਰੱਖ ਸਕਣਗੇ। ਇਹ ਫੈਸਲਾ ਉਹਨਾਂ ਕਿਰਾਕਿਰਾ ਯਾਨੀ ਕਿ ਚਮਕੀਲੇ ਜਾਂ ਅਜੀਬੋ-ਗਰੀਬ ਨਾਵਾਂ ਨੂੰ ਰੋਕਣ ਲਈ ਲਿਆ ਗਿਆ ਹੈ, ਜੋ ਪਿਛਲੇ ਕੁਝ ਦਹਾਕਿਆਂ ਵਿੱਚ ਬਹੁਤ ਪ੍ਰਚਲਿਤ ਹੋ ਰਹੇ ਸਨ। ਸਰਕਾਰ ਅਨੋਖੇ ਉਚਾਰਨ ਵਾਲੇ ਨਾਵਾਂ ਕਾਰਨ ਹੋਣ ਵਾਲੀ ਪ੍ਰਸ਼ਾਸਕੀ ਉਲਝਣ, ਸਕੂਲਾਂ ਤੇ ਹਸਪਤਾਲਾਂ ਵਿੱਚ ਪੈਦਾ ਹੋ ਰਹੀ ਗਲਤਫਹਿਮੀ ਅਤੇ ਬੱਚਿਆਂ ਤੇ ਹੋ ਰਹੇ ਤਾਨੇ ਮਜ਼ਾਕ ਨੂੰ ਰੋਕਣਾ ਚਾਹੁੰਦੀ ਹੈ। ਹੁਣ ਮਾਪਿਆਂ ਨੂੰ ਨਾ ਸਿਰਫ ਕੰਜੀ ਦੇ ਚੋਣਬੱਧ ਅੱਖਰ ਹੀ ਵਰਤਣੇ ਪੈਣਗੇ, ਸਗੋਂ ਉਹਨਾਂ ਦੇ ਸਰਕਾਰੀ ਤੌਰ ਤੇ ਮਨਜ਼ੂਰ ਉਚਾਰਨ ਦੀ ਜਾਣਕਾਰੀ ਵੀ ਦੇਣੀ ਪਵੇਗੀ। ਇਸ ਤੋਂ ਇਲਾਵਾ ਜਾਪਾਨੀ ਸਰਕਾਰ ਪਰਿਵਾਰਾਂ ਨੂੰ ਪੋਸਟ ਕਾਰਡ ਭੇਜੀ ਜਾਵੇਗੀ, ਜਿਸ 'ਚ ਉਹਨਾਂ ਦੇ ਰਜਿਸਟਰਡ ਨਾਵਾਂ ਦੇ ਉਚਾਰਨ ਦਰਸਾਏ ਜਾਣਗੇ। ਕੋਈ ਗਲਤੀ ਹੋਣ ਤੇ ਪਰਿਵਾਰਾਂ ਕੋਲ 1 ਸਾਲ ਦਾ ਸਮਾਂ ਹੋਵੇਗਾ ਅਤੇ ਉਹ ਸੋਧ ਕਰਵਾ ਸਕਣਗੇ। ਇਹ ਨਿਯਮ ਪਰਿਵਾਰ ਰਜਿਸਟਰੀ ਕਾਨੂੰਨ 'ਚ ਸੋਧ ਰਾਹੀਂ ਲਾਗੂ ਕੀਤੇ ਗਏ ਹਨ। ਸਰਕਾਰ ਅਨੁਸਾਰ ਇਹ ਕਦਮ ਪ੍ਰਸ਼ਾਸਨਿਕ ਕਾਰਵਾਈ ਦੇ ਡਿਜੀਟਲਾਈਜੇਸ਼ਨ ਨੂੰ ਆਸਾਨ ਬਣਾਉਣ ਲਈ ਵੀ ਲਿਆ ਗਿਆ ਹੈ, ਪਰ ਨਾਲ ਹੀ ਇਹ ਕਿਰਾਕਿਰਾ ਨਾਵਾਂ ਦੇ ਪਸਾਰ ਨੂੰ ਰੋਕਣ ਵੱਲ ਇੱਕ ਸਾਫ਼ ਇਸ਼ਾਰਾ ਮੰਨਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਮਾਪਿਆਂ ਨੇ ਆਪਣੇ ਬੱਚਿਆਂ ਦੇ ਨਾਮ ਪੋਕੇਮੋਨ ਦੇ ਪਾਤਰ ਪਿਕਾਚੂ, ਨਾਈਕੀ, ਡਾਇਮੰਡ, ਵਿਨੀ ਦ ਪੂ ਅਤੇ ਕਿਟੀ ਚੈਨ ਵਰਗੇ ਕਿਰਦਾਰਾਂ ਦੇ ਨਾਮ ਤੇ ਰੱਖੇ ਹਨ। ਕੁਝ ਨੇ ਤਾਂ ਆਪਣੇ ਬੱਚਿਆਂ ਦੇ ਨਾਮ ਰਾਜਕੁਮਾਰ ਅਤੇ ਅਕੋਮਾ ਯਾਨੀ ਕਿ ਸ਼ੈਤਾਨ ਅਤੇ ਕਈਆਂ ਨੇ ਨਾਮ ਰੱਖਿਆ ਹੈ ਜੀ
ਓਜੀਸਾਮਾ ਵਰਗੇ ਨਾਮਾਂ ਤੇ ਵੀ ਰੱਖੇ ਹਨ, ਜੋ ਸਾਫ਼ ਤੌਰ ਤੇ ਵਿਵਾਦਿਤ ਹਨ। ਇਹ ਸਾਂਝੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਨੇ ਰਹੋ ਜੀ ਪੰਜਾਬ ਮਿਲ USA TV ਦੇ ਨਾਲ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।